ਮਰਿੰਡੇ 'ਚ ਪੈਂਦੇ ਕੋਤਵਾਲੀ ਸਾਹਿਬ ਗੁਰਦੁਆਰੇ ਦੇ ਅੰਦਰ ਬੇਅਦਬੀ ਦੀ ਘਟਨਾ ਵਾਪਰੀ ਹੈ। ਇੱਕ ਵਾਰ ਫਿਰ ਤੋਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਹਰਟ ਹੋਈਆਂ ਹਨ। ਘਟਨਾਵਾਂ ਹੋ ਇਸ ਵਾਸਤੇ ਰਹੀਆਂ ਨੇ ਕਿਉਂਕਿ ਪਹਿਲੀਆਂ ਘਟਨਾਵਾਂ ਦੇ ਵਿੱਚ ਜਿਸ ਨੂੰ ਕਹਿੰਦੇ ਕਿ ਇਨਸਾਫ ਨਹੀਂ ਹੋ ਪਾਇਆ। ਤੁਸੀਂ ਜੇ ਬੇਅਦਬੀ ਦੇ ਕੇਸਾਂ ਨੂੰ ਗੰਭੀਰਤਾ ਦੇ ਨਾਲ ਲੈਣਾ, ਤੁਹਾਡੀ ਪਹਿਲੀ ਕਸਲ ਵੱਟੀ, ਤੁਹਾਡਾ ਪਹਿਲਾ ਪੈਮਾਨਾ ਇਹ ਕਿ ਤੁਸੀਂ ਆਪਣੀ ਵਿਧਾਨ ਸਭਾ ਦੇ ਵਿੱਚੋਂ ਬਿੱਲ ਕੱਢੋ ਜਿਸ ਵਿੱਚ ਲਿਖਿਆ ਹੋਇਆ ਕਿ 3 ਸਾਲ ਦੀ ਸਜ਼ਾ ਨੂੰ ਵਧਾ ਕੇ ਤੁਸੀਂ 10 ਸਾਲ ਕਰਨੀ ਹੈ ਤੇ 10 ਸਾਲ ਤੋਂ ਵੱਧ ਵੀ ਉਮਰ ਕੈਦ ਜਾਂ ਉਸ ਨੂੰ ਹੋਰ ਸਖਤ ਸਜ਼ਾ ਦੇ ਵਿੱਚ ਵੀ ਤਬਦੀਲ ਕੀਤਾ ਜਾਣਾ। ਇਹ ਬਿੱਲ ਪਾਸ ਹੋਏ ਹੋਏ ਨੇ, ਠੰਡੇ ਬਸਤਿਆਂ ਦੇ ਵਿੱਚ ਇਹ ਬਿੱਲ ਰੱਖੇ ਹੋਏ ਨੇ। ਇਹੋ ਜਿਹੇ ਲੋਕਾਂ ਨੂੰ ਪਿੱਛੇ ਉਕਸਾਉਂਦਾ ਕੌਣ ਹੈ? ਅਜਿਹੇ ਲੋਕਾਂ ਦੀ ਮਾਨਸਿਕ ਅਵਸਥਾ ਦਾ, ਚਾਹੇ ਉਹ ਇੱਕ ਨਸ਼ੇ ਦੇ ਵਿੱਚ ਬੰਦਾ ਕੰਮ ਕਰ ਰਿਹਾ, ਕਿਸੇ ਵੀ ਦੇਖੋ ਸੁਰਤ ਦੇ ਵਿੱਚ ਕਿਸੇ ਵੀ ਬੰਦੇ ਲਈ, ਉਹ ਕਿਸੇ ਵੀ ਧਰਮ ਦਾ, ਕਿਸੇ ਵੀ ਫਿਰਕੇ ਦਾ, ਮਜ਼ਹਬ ਦਾ, ਸੁਰਤ ਦੇ ਵਿੱਚ ਇਹ ਕੰਮ ਕਰਨਾ ਕੋਈ ਸੌਖਾ ਕੰਮ ਨਹੀਂ ਹੈ। ਇਟ ਇਜ਼ ਵਰਚੁਅਲੀ ਨੀਅਰ ਟੂ ਇੰਪੋਸੀਬਲ। ਹੁਣ ਬੇਅਦਬੀ ਦੇ ਜਿਹੜੇ ਮੁਲਜ਼ਮ ਹੈਗੇ ਨੇ ਉਹਨਾਂ ਨੂੰ ਗੋਲੀਆਂ ਮਾਰਨ ਲਈ ਗੈਂਗਸਟਰ ਹੀ ਠੀਕ ਨੇ। ਮੈਨੂੰ ਲੱਗਦਾ ਕਿ ਇਹਦੇ ਪਿੱਛੇ ਸਿਆਸਤ ਹੈ, ਇਹਦੇ ਪਿੱਛੇ ਸਾਜ਼ਿਸ਼ ਹੈ, ਇਹਦੇ ਪਿੱਛੇ ਮੁਫਾਦ ਹੈਗੇ ਨੇ, ਇਹਦੇ ਪਿੱਛੇ ਰਾਜਸੀ ਸਾਜ਼ਿਸ਼ਾਂ ਹੈਗੀਆਂ ਨੇ। ਇਹ ਇਨਸੂਲੇਟਿਡ ਕੇਸ ਨਹੀਂ, ਇਹ ਟਾਵੇਂ ਟਿੱਕੇ ਕੇਸ ਨਹੀਂ ਹੈ, ਲੇਕਿਨ ਇਹਨਾਂ ਦੀ ਗਹਿਰਾਈ ਦੇ ਵਿੱਚ ਕਦੇ ਕੋਈ ਸਰਕਾਰ ਗਈ ਨਹੀਂ ਹੈ, ਕੋਈ ਤਫਤੀਸ਼ ਏਜੰਸੀ ਨੇ ਆਪਣਾ ਕੰਮ ਸਹੀ ਤਰੀਕੇ ਨਾਲ ਕੀਤਾ ਨਹੀਂ ਹੈ। ਮਰਿੰਡੇ 'ਚ ਪੈਂਦੇ ਕੋਤਵਾਲੀ ਸਾਹਿਬ ਗੁਰਦੁਆਰੇ ਦੇ ਅੰਦਰ ਬੇਅਦਬੀ ਦੀ ਘਟਨਾ ਵਾਪਰੀ ਹੈ। ਇੱਕ ਵਾਰ ਫਿਰ ਤੋਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਹਰਟ ਹੋਈਆਂ ਹਨ ਤੇ ਲੋਕਾਂ ਦੇ ਅੰਦਰ, ਸਿੱਖ ਕਮਿਊਨਿਟੀ ਦੇ ਅੰਦਰ ਇੱਕ ਵੱਡਾ ਸਵਾਲ ਅੱਗੇ ਖੜਾ ਹੈ ਵੀ ਕਿਉਂ ਉਹਨਾਂ ਦੇ ਧਰਮ ਦੇ ਅੰਦਰ ਇਹ ਵਾਰੀ-ਵਾਰੀ ਘਟਨਾਵਾਂ ਵਾਪਰ ਰਹੀਆਂ ਨੇ। ਅੱਜ ਇਸੇ ਇਸ਼ੂ ਨੂੰ ਕਰਾਂਗੇ ਐਡਰੈਸ। ਮੈਂ ਹਾਂ ਤੁਹਾਡਾ ਹੋਸਟ ਸ਼ੁਭਕਰਮਨ ਸਿੰਘ ਢਾਲੀਵਾਲ, ਮੇਰੇ ਨਾਲ ਨੇ ਰਿਤੇਸ਼ ਲੱਖੀ ਜੀ। ਰਿਤੇਸ਼ ਜੀ, ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਸ਼ੁਭਕਰਮਨ। ਤੇ ਜੀ, ਆਪਾਂ ਸਾਰਿਆਂ ਨੇ ਵੀਡੀਓ ਦੇਖੀ ਹੈ ਵੀ ਇਹ ਵੀਡੀਓ 'ਚ ਕੀ ਵਾਪਰਦਾ, ਕਿਸ ਤਰ੍ਹਾਂ ਬੇਅਦਬੀ ਕੀਤੀ ਜਾਂਦੀ ਹੈ। ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਇੱਕ ਵਾਰ ਫਿਰ ਤੋਂ ਹਰਟ ਹੋਈਆਂ ਨੇ। ਆਪਾਂ ਲੰਬੇ ਚਿਰ ਤੋਂ ਦੇਖ ਰਹੇ ਹਾਂ ਵਾਰੀ-ਵਾਰੀ ਇਹ ਘਟਨਾਵਾਂ ਹੋ ਰਹੀਆਂ। ਕੀ ਇਹਨਾਂ ਨੂੰ ਰੋਕਣ ਦਾ ਤਰੀਕਾ ਕੀ ਹੈ? ਇਸ ਦਾ ਕੋਈ ਇਲਾਜ ਹੈ ਵੀ ਇਹ ਘਟਨਾਵਾਂ ਰੁਕ ਸਕਣ? ਇਹ ਸਾਰੀ ਸਿੱਖ ਕਮਿਊਨਿਟੀ ਦਾ ਇੱਕ ਬਹੁਤ ਵੱਡਾ ਸਵਾਲ ਹੈ ਜਿਸ ਦਾ ਉਹਨਾਂ ਨੂੰ ਜਵਾਬ ਨਹੀਂ ਮਿਲ ਪਾ ਰਿਹਾ। ਦੇਖੋ, ਤਰੀਕਾ ਵੀ ਹੈ ਤੇ ਕਾਰਨ ਵੀ ਹੈਗੇ ਨੇ। ਦੋਵਾਂ ਤੇ ਅਲੱਗ-ਅਲੱਗ ਗੱਲ ਹੋ ਗਈ। ਪਹਿਲਾਂ ਤੁਸੀਂ ਕਾਰਨਾਂ ਦੀ ਗੱਲ ਕੀਤੀ ਤੇ ਤਰੀਕੇ ਦੀ ਗੱਲ ਕੀਤੀ। ਇਹ ਘਟਨਾਵਾਂ ਹੋ ਇਸ ਵਾਸਤੇ ਰਹੀਆਂ ਨੇ ਕਿਉਂਕਿ ਪਹਿਲੀਆਂ ਘਟਨਾਵਾਂ ਦੇ ਵਿੱਚ ਜਿਸ ਨੂੰ ਕਹਿੰਦੇ ਕਿ ਇਨਸਾਫ ਨਹੀਂ ਹੋ ਪਾਇਆ। ਇੰਨੀਆਂ ਘਟਨਾਵਾਂ ਹੋ ਗਈਆਂ, ਲੋਕਾਂ ਦੇ ਮਨਾਂ ਦੇ ਵਿੱਚ ਇਹ ਭਾਵਨਾ ਅਜੇ ਤੱਕ ਹੈ ਵੀ ਉਹਨਾਂ ਘਟਨਾਵਾਂ ਦਾ ਉਹ ਨਹੀਂ ਹੋ ਪਾਇਆ, ਕੋਈ ਨਿਪਟਾਰਾ ਨਹੀਂ ਹੋ ਪਾਇਆ, ਤਸੱਲੀ ਬਖਸ਼ ਨਿਪਟਾਰਾ। ਕੁਝ ਕੇਸਾਂ ਦੇ ਵਿੱਚ ਹੋਈਆਂ ਸਜ਼ਾਵਾਂ, ਲੇਕਿਨ ਜ਼ਿਆਦਾਤਰ ਕੇਸਾਂ ਦੇ ਵਿੱਚ ਰਾਜਨੀਤੀ ਹੋਈ, ਸਿਆਸਤ ਹੋਈ, ਤੇ ਇਸ ਕੇਸ ਦੇ ਵਿੱਚ ਵੀ ਹੋ ਰਹੀ ਹੈ। ਤੁਸੀਂ ਵੇਖੋ, ਸਿਆਸੀ ਬਿਆਨ ਆਉਣੇ ਸ਼ੁਰੂ ਹੋ ਜਾਂਦੇ ਨੇ, ਬਿਆਨਬਾਜ਼ੀ ਹੁੰਦੀ ਹੈ, ਬਿਆਨਬਾਜ਼ੀ ਤੋਂ ਬਾਅਦ ਇੱਕ ਬਹੁਤ ਵੱਡਾ ਲੰਮਾ ਚੌੜਾ ਇੱਕ ਕਹਿ ਸਕਦੇ ਇੱਕ ਕਸ਼ਮਕਸ਼ ਚੱਲਦੀ ਰਹਿੰਦੀ ਹੈ। ਸਿਆਸੀ ਕਸ਼ਮਕਸ਼ ਹੈ, ਉਸ ਦਾ ਕੋਈ ਸਿਰ ਪੈਰ ਨਿਕਲਣਾ ਨਹੀਂ ਜਾ ਕੇ ਕਿਤੇ। ਲੇਕਿਨ ਅਜਿਹੀਆਂ ਘਟਨਾਵਾਂ ਰੁਕਦੀਆਂ ਨਹੀਂ। 2022 ਦਾ ਚੋਣ ਵਿਧਾਨ ਸਭਾ ਦਾ ਫਰਵਰੀ 2022 'ਚ ਹੁੰਦਾ। ਉਸ ਤੋਂ ਪਹਿਲਾਂ ਦਾ ਤੁਸੀਂ 1.5-2 ਮਹੀਨੇ ਦਾ ਘਟਨਾਕ੍ਰਮ ਵੇਖੋ। ਇੱਕ ਤੋਂ ਬਾਅਦ ਇੱਕ ਬੇਅਦਬੀ ਦੀਆਂ 4 ਵੱਡੀਆਂ ਘਟਨਾਵਾਂ ਤਾਂ 3 ਦਿਨਾਂ ਦੇ ਵਕਫੇ ਦੌਰਾਨ ਹੀ ਹੋ ਜਾਂਦੀਆਂ ਨੇ। ਸਪੈਸੀਫਿਕ ਤਰੀਕਾਂ ਵੀ ਹੈਗੀਆਂ ਨੇ ਮੇਰੇ ਕੋਲ ਵੀ। ਦਸੰਬਰ ਦਾ ਕਿਹੜਾ ਮਹੀਨਾ ਸੀਗਾ? ਦਸੰਬਰ 2021 ਦਾ ਮਹੀਨਾ। ਕਾਰਨ ਕੀ ਹੈਗੇ ਨੇ? ਕਾਰਨ ਇਹੀ ਹੈ ਕਿ ਇਸ ਦੇ ਪਿੱਛੇ ਇਹਨਾਂ ਘਟਨਾਵਾਂ ਦੇ ਜ਼ਰੀਏ ਪੰਜਾਬ ਜਾਂ ਸੂਬੇ ਦੇ ਲਾਅ ਐਂਡ ਆਰਡਰ ਨੂੰ ਜਾਂ ਸੂਬੇ ਦੇ ਮਾਹੌਲ ਨੂੰ ਖਰਾਬ ਕੀਤਾ ਜਾਏ। ਇਹਦੇ ਵਿੱਚ ਕੋਈ ਸੰਸਾ ਹੀ ਨਹੀਂ ਬਚਿਆ। ਚੋਣਾਂ ਤੋਂ ਪਹਿਲਾਂ ਹੀ ਘਟਨਾਵਾਂ ਹੁੰਦੀਆਂ ਨੇ। ਅੱਜ ਜਦੋਂ ਕਿ ਪੰਜਾਬ ਦੇ ਵਿੱਚ ਆਲਰੇਡੀ ਇੱਕ ਵੋਲੇਟਾਈਲ ਸਥਿਤੀ ਬਣੀ ਹੋਈ ਹੈ, ਅੰਮ੍ਰਿਤਪਾਲ ਸਿੰਘ ਨੂੰ ਉੱਧਰ ਅਰੈਸਟ ਕੀਤਾ ਜਾਂਦਾ ਹੈ, ਉਹਦਾ ਸਰੈਂਡਰ ਜੋ ਵੀ ਹੁੰਦਾ ਹੈ, ਉਸ ਤੋਂ ਬਾਅਦ ਇਸ ਤਰੀਕੇ ਦੀ ਘਟਨਾ ਹੋ ਜਾਂਦੀ ਹੈ। ਐਜ ਤੇ ਲਿਆਉਣ ਦੀ ਕੋਸ਼ਿਸ਼ਾਂ ਪੰਜਾਬ ਨੂੰ ਹੁੰਦੀਆਂ ਰਹਿੰਦੀਆਂ। ਸ਼ਰਾਰਤੀ ਅੰਸਰ ਨੇ, ਤਾਕਤਾਂ ਨੇ। ਕਿਹੜੀਆਂ ਅੰਸਰ ਨੇ, ਕਿਹੜੇ ਤਾਕਤਾਂ ਨੇ? ਇਹਨਾਂ ਦੀ ਗਹਿਰਾਈ ਤੱਕ ਤਾਂ ਤੁਸੀਂ ਤਾਂ ਪਹੁੰਚ ਪਾਓ ਜੇ ਤੁਸੀਂ ਸੁਹਿਰਦ ਹੋ। ਤੁਹਾਡੀਆਂ ਸਰਕਾਰਾਂ ਨੇ, ਪਹਿਲੀਆਂ ਸਰਕਾਰਾਂ ਨੇ ਤੇ ਅੱਜ ਦੀਆਂ ਸਰਕਾਰਾਂ ਨੇ ਕਿੰਨੀ ਕੁ ਸੁਹਿਰਦਤਾ ਦਿਖਾਈ। ਤੁਸੀਂ ਮਤਲਬ ਤੁਸੀਂ ਇਹ ਸੋਚੋ ਕਿ ਮਤਲਬ ਹੁਣ ਉਹ ਗੱਲ ਕਹਿਣੀ ਥੋੜ੍ਹੀ ਜਿਹੀ ਵੱਧ ਹੋ ਜਾਂਦੀ ਹੈ, ਲੇਕਿਨ ਮੌਜੂਦਾ ਸਰਕਾਰ ਵੀ ਕਿੰਨੀ ਕੁ ਗੰਭੀਰ ਨਜ਼ਰ ਆਈ। ਅੱਜ ਮੈਂ ਤੁਹਾਨੂੰ ਜ਼ਿਕਰ ਕਰਨਾ ਚਾਹਾਂਗਾ। ਤੁਸੀਂ ਕਹਿਣਾ ਕਿ ਕਾਰਨ ਕੀ ਨੇ? ਆਹ ਜਿਹੜਾ ਬੰਦਾ ਹੁਣ ਜਿਸਨੇ ਬੇਅਦਬੀ ਕੀਤੀ ਹੈ ਕੋਤਵਾਲੀ ਸਾਹਿਬ ਗੁਰਦੁਆਰਾ ਵਿਖੇ, ਇਹ ਜੇ ਕਨਵਿਕਟ ਹੋ ਜਾਂਦਾ ਨਾ ਕੋਰਟ ਤੋਂ, ਇਹਨੂੰ 3 ਸਾਲ ਦੀ ਸਜ਼ਾ ਮਿਲਣੀ ਹੈ। ਦੈਟ ਇਜ਼ ਵਾਟ ਦ ਲਾਅ ਸੇਜ਼। ਤੇ ਇਸ 3 ਸਾਲ ਦੀ ਸਜ਼ਾ ਨੂੰ ਹੁਣ ਕਹਿ ਰਹੇ ਨੇ, ਕੋਈ ਕਹਿ ਰਹੇ ਨੇ ਜੀ ਇਹਨੂੰ ਐਸਜੀਪੀਸੀ ਦੇ ਪ੍ਰਧਾਨ ਨੇ ਕਿਹਾ ਵੀ ਇਹਨੂੰ ਸਜ਼ਾਏ ਮੌਤ ਤਬਦੀਲ ਕੀਤਾ ਜਾਵੇ, ਸੋਧ ਹੋਣਾ ਚਾਹੀਦਾ ਕਾਨੂੰਨ ਦੇ ਅੰਦਰ। ਐਸਜੀਪੀਸੀ ਦੇ ਪ੍ਰਧਾਨ ਨੂੰ ਕਦੀ ਇਹ ਕਿਉਂ ਨਹੀਂ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਜਿਹੜੇ ਠੰਡੇ ਬਸਤਿਆਂ ਦੇ ਵਿੱਚ ਮਤੇ ਪਏ ਨੇ, ਪਾਸ ਹੋਏ ਮਤੇ, ਬਿੱਲ ਪਾਸ ਹੋਏ ਨੇ। ਮੈਂ ਤੁਹਾਨੂੰ ਦੱਸਦਾ ਕਿ ਪ੍ਰਕਾਸ਼ ਸਿੰਘ ਬਾਦਲ ਦੀ 2016 ਦੀ ਸਰਕਾਰ ਜਾਂ 2016 ਦੇ ਵਿੱਚ ਉਹਨਾਂ ਦੀ ਸਰਕਾਰ ਸੀ, ਉਸ ਦੌਰਾਨ ਮਤੇ ਪਾਣ ਸ਼ੁਰੂ ਹੋਏ, ਕਲੀਅਰ ਹੋਣੇ, ਬਿਲਸ ਪਾਸ ਹੋਏ। ਬਿਲਸ ਵਿਧਾਨ ਸਭਾ 'ਚ ਪਾਸ ਹੁੰਦੇ ਨੇ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆ ਜਾਂਦੀ ਹੈ, ਕੇਂਦਰ ਤੋਂ ਆਬਜੈਕਸ਼ਨ ਲੈ ਕੇ ਬਿੱਲ ਵਾਪਸ ਆ ਜਾਂਦਾ ਹੈ। ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਦੌਰਾਨ 2 ਵਾਰ ਅਲੱਗ-ਅਲੱਗ ਸਮਿਆਂ ਦੇ ਉੱਤੇ ਬਿੱਲ ਪਾਸ ਹੋ ਜਾਂਦਾ ਹੈ। ਉਹ ਬਿੱਲ ਨੂੰ ਮੈਂ 10 ਰਿਪੋਰਟਾਂ ਬਣਾ ਚੁੱਕਾ ਹਾਂ, ਇਹ ਕਹਿ ਚੁੱਕਾ ਤੇ ਮੈਂ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਵੀ ਅਜੇ ਸਵਾਲ ਕਰਨਾ ਚਾਹਾਂਗਾ। ਆਈ ਡੋਂਟ ਵਾਂਟ ਟੂ ਬੀ ਅ ਪਾਰਟੀ ਟੂ ਇਟ, ਬਟ ਮੈਂ ਇੱਕ ਸਵਾਲ ਪੁੱਛਣਾ ਚਾਹਾਂਗਾ ਤੇ ਮੈਂ ਇਹਨਾਂ ਪਿਛਲੇ ਤਮਾਮ ਸਾਲਾਂ ਦੇ ਵਿੱਚ ਕਿਹਾ ਕਿ ਤੁਸੀਂ ਜੇ ਬੇਅਦਬੀ ਦੇ ਕੇਸਾਂ ਨੂੰ ਗੰਭੀਰਤਾ ਦੇ ਨਾਲ ਲੈਣਾ, ਤੁਹਾਡੀ ਪਹਿਲੀ ਕਸਲ ਵੱਟੀ, ਤੁਹਾਡਾ ਪਹਿਲਾ ਪੈਮਾਨਾ ਇਹ ਕਿ ਤੁਸੀਂ ਆਪਣੀ ਵਿਧਾਨ ਸਭਾ ਦੇ ਵਿੱਚੋਂ ਬਿੱਲ ਕੱਢੋ
ਜਿਸ ਵਿੱਚ ਇਹ ਲਿਖਿਆ ਹੋਇਆ ਕਿ 3 ਸਾਲ ਦੀ ਸਜ਼ਾ ਨੂੰ ਵਧਾ ਕੇ ਤੁਸੀਂ 10 ਸਾਲ ਕਰਨੀ ਹੈ ਤੇ 10 ਸਾਲ ਤੋਂ ਵੱਧ ਵੀ ਉਮਰ ਕੈਦ ਜਾਂ ਉਸ ਨੂੰ ਹੋਰ ਸਖਤ ਸਜ਼ਾ ਦੇ ਵਿੱਚ ਵੀ ਤਬਦੀਲ ਕੀਤਾ ਜਾਣਾ। ਇਹ ਬਿੱਲ ਪਾਸ ਹੋਏ ਹੋਏ ਨੇ, ਠੰਡੇ ਬਸਤਿਆਂ ਦੇ ਵਿੱਚ ਇਹ ਬਿੱਲ ਰੱਖੇ ਹੋਏ ਨੇ। ਇਹ ਸਭ ਕੁਝ ਨੂਰਾ ਕੁਸ਼ਤੀ ਆਪਾਂ 2016 ਤੋਂ ਦੇਖ ਰਹੇ ਹਾਂ। 2016 ਦੇ ਵਿੱਚ ਬੇਅਦਬੀਆਂ ਹੁੰਦੀਆਂ, 2020-21 ਦੇ ਵਿੱਚ ਘਟਨਾਵਾਂ ਹੁੰਦੀਆਂ ਨੇ। ਆ ਹੁਣ ਤੁਹਾਡੇ ਸਾਹਮਣੇ 2023 ਦੀ ਇਹ ਘਟਨਾ ਹੈ। ਪਰਨਾਲਾ ਉੱਥੇ ਦਾ ਉੱਥੇ ਹੈ, ਸਿਰਫ ਕੋਰੀ ਸਿਆਸਤ ਹੋ ਗਈ। ਅੱਜ ਚਰਨਜੀਤ ਚੰਨੀ ਧਰਨੇ ਤੇ ਬੈਠੇ ਹੈਗੇ ਨੇ, SGPC ਉਹੀ ਬਿਆਨ ਦੇ ਰਹੀ ਹੈ। SGPC 5 ਲੱਖ ਰੁਪਏ ਦੇ ਇਸ਼ਤਿਹਾਰ ਕੱਢਦੀ ਹੈ। 5 ਲੱਖ ਰੁਪਏ ਦਾ ਇਹਨਾਂ ਨੇ ਇਸ਼ਤਿਹਾਰ ਕੱਢਿਆ ਸੀ ਵੀ ਦਰਬਾਰ ਸਾਹਿਬ 'ਚ ਬੇਅਦਬੀ ਦੀ ਘਟਨਾ ਠੀਕ ਇਸੇ ਤਰੀਕੇ ਦੇ ਨਾਲ ਇੱਕ ਬੰਦੇ ਨੇ ਖੁਰਾਫਾਤ ਕੀਤੀ ਸੀ, ਵੜਨ ਦੀ ਕੋਸ਼ਿਸ਼ ਕੀਤੀ ਸੀ ਮੇਨ ਸੈਂਕਟੋਰੀਅਮ 'ਚ, ਤੇ ਉਸ ਨੂੰ ਮਾਰਤਾ ਗਿਆ ਤੇ ਉੱਥੇ ਕਤਲ ਕਰਤਾ, ਬੰਦਾ ਮਾਰਤਾ। ਤੁਹਾਡੀ ਟਾਸਕ ਫੋਰਸ ਦੀ ਹਾਜ਼ਰੀ ਦੇ ਵਿੱਚ ਲੋਕਾਂ ਨੇ ਗੁੱਸੇ 'ਚ ਆ ਕੇ ਜਿਵੇਂ ਵੀ ਮਾਰਿਆ, ਇਹ ਜਾਣਬੁੱਝ ਕੇ ਮਰਵਾਇਆ ਗਿਆ। ਮੈਂ ਕਹਿੰਦਾ ਅੱਜ ਉਸ ਬੰਦੇ ਨੂੰ ਜਾਣਬੁੱਝ ਕੇ ਖਤਮ ਕੀਤਾ ਗਿਆ। ਉਸ ਤੋਂ 2 ਹਫ਼ਤੇ ਬਾਅਦ ਤੁਸੀਂ ਇਸ਼ਤਿਹਾਰ ਦੇ ਰਹੇ ਹੋ ਕਿ 5 ਲੱਖ ਰੁਪਏ ਦਾ ਇਨਾਮ ਦਾਂਗੇ। ਇਹ ਦੱਸੇ ਕਿ ਬੰਦਾ ਕਿੱਥੋਂ ਸੀ, ਬੰਦੇ ਦੀ ਤੁਸੀਂ ਹੋਂਦ ਨਹੀਂ ਐਸਟੈਬਲਿਸ਼ ਹੋਣ ਦਿੱਤੀ। ਉਸ ਤੋਂ ਬਾਅਦ ਤੁਸੀਂ ਬੰਦਾ ਮਾਰ ਕੇ ਉਹਦਾ ਨਾਂ ਪੁੱਛ ਰਹੇ ਹੋ। ਜਦੋਂ ਤੁਹਾਡੇ ਕੋਲ ਤੁਸੀਂ ਫੜ ਲਿਆ ਸੀ ਉਸ ਬਸ ਉਹਦਾ ਨਾਂ ਪੁੱਛ ਲੈਂਦੇ। ਉਹਦੇ ਪਿੱਛੇ ਦੀ ਪੂਰੀ ਸਾਜ਼ਿਸ਼ ਉਹ CCTV ਕੈਮਰਾ ਦੇ ਵਿੱਚ ਨਜ਼ਰ ਆਇਆ ਸੀ। ਸੋ ਇਹ ਗੱਲਾਂ ਬਾਤਾਂ ਨੇ, ਇਹ ਸਾਰੇ ਦੇ ਸਾਰੇ ਅਦਾਰੇ, ਸੌਰੀ ਟੂ ਸੇ, ਇਹ ਮੁੱਦਾ ਨਹੀਂ ਹੁੰਦਾ ਜਿੱਥੇ ਕਿ ਨੁਕਤਾਚੀਨੀ ਕੀਤੀ ਜਾਵੇ ਜਾਂ ਕੀਤੀ ਜਾਣੀ ਚਾਹੀਦੀ ਹੈ। ਮੈਨੂੰ ਲੱਗਦਾ ਨਾ ਰਾਜਨੀਤੀ ਹੋਣੀ ਚਾਹੀਦੀ ਹੈ, ਨਾ ਜਿਹੇ ਵਿਸ਼ਿਆਂ ਤੇ ਨੁਕਤਾਚੀਨੀ ਹੋਣੀ ਚਾਹੀਦੀ, ਲੇਕਿਨ ਨੁਕਤਾਚੀਨੀ ਬਣਦੀ ਹੈ। ਇਹ ਉਹ ਹੁਕਮਰਾਨ ਹੈਗੇ ਨੇ, ਉਹ ਸਰਕਾਰਾਂ। ਮੈਂ ਅੱਜ ਸਿਰਫ ਆਮ ਆਦਮੀ ਪਾਰਟੀ ਦੀ ਗੱਲ ਨਹੀਂ ਕਰਾਂਗਾ। ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਕੋਲ 5 ਸਾਲ ਦਾ ਸਮਾਂ ਸੀ। ਪ੍ਰਕਾਸ਼ ਸਿੰਘ ਬਾਦਲ ਨੇ ਜਾਂਦੇ ਉਹਨਾਂ ਦੇ ਆਪਣੀ ਸਰਕਾਰ ਦੇ ਵਕਫੇ ਦੌਰਾਨ ਬੇਅਦਬੀ ਦੀਆਂ ਘਟਨਾਵਾਂ ਹੋਈਆਂ, ਉਹਨਾਂ ਨੇ ਗੰਭੀਰਤਾ ਦੇ ਨਾਲ ਨਹੀਂ ਲਿਆ। ਅੱਜ ਹਾਲਤ ਦੇਖ ਲਓ ਪਾਰਟੀ ਦੀ, ਪੋਲੀਟੀਕਲ ਪਾਰਟੀ ਦੀ, ਪੰਥਕ ਵੋਟ ਬੇਸ ਤਾਂ ਚਲੋ ਖਤਮ ਹੋ ਗਿਆ, ਉਹਨਾਂ ਦਾ ਕ੍ਰੈਡੈਂਸ਼ੀਅਲ ਬੁਰੀ ਤਰ੍ਹਾਂ ਡੈਮੇਜ ਹੋਏ ਨੇ। ਅੱਜ ਪਾਰਟੀ ਰਿਕਵਰ ਨਹੀਂ ਕਰ ਪਾਈ, ਉਹਨਾਂ ਕੋਲ ਰਾਹ ਨਹੀਂ ਮਿਲਦਾ ਪਿਆ ਹੈ। ਠੀਕ ਹੈ, ਉਹਨਾਂ ਨੇ ਆਪਣੇ ਸਮਿਆਂ ਦੇ ਉੱਤੇ ਖਾਨਾ ਪੂਰਤੀ ਕਰਨ ਲਈ ਕਾਨੂੰਨ ਲਿਆਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਲੋਕ ਤਾਂ ਕਹਿਣਗੇ ਜਿਸ ਤਰੀਕੇ ਦੀਆਂ ਤਸਵੀਰਾਂ ਆਈ ਨੇ, ਵੀਡੀਓਜ਼ ਆਏ ਨੇ ਕਿ 3 ਸਾਲ ਦੀ ਸਜ਼ਾ ਨੂੰ 10 ਸਾਲ ਦਾ ਵੀ ਕਰ ਲਓ ਤਾਂ ਕੀ ਉਹਦੇ 'ਚ ਡੈਟਰੈਂਟ ਹੈ, ਇਹਨਾਂ ਨੂੰ ਤਾਂ ਜਾਨ ਤੋਂ ਮਾਰ ਦੇਣਾ ਚਾਹੀਦਾ। ਇਸ ਤਰੀਕੇ ਦੀ ਗੱਲਾਂ ਬਾਤਾਂ ਹੈਗੀਆਂ ਨੇ, ਲੇਕਿਨ ਕਾਨੂੰਨ ਹੈ। ਇਹ ਇੱਕ ਇਹਦਾ ਬੜਾ ਪਿਛੋਕੜ ਹੈ ਜਿਹੜਾ ਸੈਕਰਲੀਜ ਦੇ ਨਾਲ ਜਾਂ ਬਲਾਸਫੇਮੀ ਦੇ ਨਾਲ ਜਾਂ ਇਸ ਤਰੀਕੇ ਦੀਆਂ ਘਟਨਾਵਾਂ ਦੇ ਨਾਲ ਜੁੜਿਆ ਹੋਇਆ ਇੱਕ ਬੈਕਗਰਾਊਂਡ ਹੈ। ਇਸ ਦਾ ਇੱਕ ਬਹੁਤ ਲੰਬਾ ਚੌੜਾ ਇਤਿਹਾਸ ਹੈ ਜਿਹੜਾ ਅਸੀਂ ਜਾਣਦੇ ਹਾਂ, ਕਿਉਂਕਿ ਅਸੀਂ ਜਾਣਦੇ ਹਾਂ। ਇਸ ਵਾਸਤੇ ਗੱਲ ਇਹ ਕਰਦੇ ਹਾਂ ਕਿ ਵੀ ਕਾਨੂੰਨ ਨੂੰ ਤੁਸੀਂ ਸਖਤ ਕਰਨਾ ਸੀ, 3 ਸਾਲ ਤੋਂ ਸਜ਼ਾਵਾਂ ਵਧਾਉਣੀਆਂ ਸੀ, ਤੁਸੀਂ ਉਹ ਕੀਤਾ ਨਹੀਂ। ਤੁਹਾਡੀ ਸਰਕਾਰ ਨੂੰ 1.25 ਸਾਲ ਹੋ ਚੁੱਕਿਆ ਅੱਜ, ਸਰਦਾਰ ਭਗਵੰਤ ਮਾਨ ਹੋਣਾ ਦੀ ਸਰਕਾਰ ਨੂੰ। ਮਤਲਬ ਤੁਸੀਂ ਜੇ ਸੀਰੀਅਸ ਹੁੰਦੇ ਤਾਂ ਤੁਸੀਂ ਸਭ ਤੋਂ ਪਹਿਲਾਂ ਤਾਂ ਵਿਧਾਨ ਸਭਾ ਦੇ ਵਿੱਚ ਠੰਡੇ, ਅੱਜ ਵੀ ਇਹ ਵੀਡੀਓ ਜੇ ਪ੍ਰਸਾਰਣ ਸੁਣ ਰਹੇ ਚੀਫ ਮਿਨਿਸਟਰ ਤੇ ਪੰਜਾਬ ਦਾ ਜਿੰਨਾ ਵੀ ਮੀਡੀਆ, ਜਿਨ੍ਹਾਂ ਨੇ ਅੱਜ ਤੱਕ ਇਸ ਚੀਜ਼ ਨੂੰ ਕਦੇ ਕਿਸੇ ਨੇ ਟੇਕ ਅਪ ਨਹੀਂ ਕੀਤਾ, ਕਿਸੇ ਨੇ ਇਹ ਚੀਜ਼ ਨਹੀਂ ਚੁੱਕੀ ਵੀ ਸਾਡੀ ਵਿਧਾਨ ਸਭਾ ਦੇ ਵਿੱਚ 3 ਵਾਰ ਕਾਨੂੰਨ ਪਾਸ ਹੋ ਚੁੱਕਾ ਹੋਏ। ਤੁਸੀਂ ਕਿੰਨੇ ਸੀਰੀਅਸ ਹੋ ਨਾ ਬੇਅਦਬੀ ਦੇ ਕੇਸਾਂ ਦੇ ਵਿੱਚ ਸਜ਼ਾਵਾਂ ਦਿਵਾਉਣ ਲਈ। ਇਹ ਤਾਂ ਤੁਹਾਡੀ ਆਪਣੀ ਸਰਕਾਰਾਂ ਦੇ ਵਤੀਰੇ ਤੋਂ ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ ਤੇ ਭਗਵੰਤ ਮਾਨ, ਇਹਨਾਂ ਦੀ ਸਰਕਾਰਾਂ ਦੇ ਵਤੀਰੇ ਤੋਂ ਕਲੀਅਰ ਹੋ ਗਿਆ ਕਿ ਤੁਸੀਂ ਆਪਣੇ ਠੰਡੇ ਬਸਤਿਆਂ ਦੇ ਵਿੱਚ ਕੋਲਡ ਸਟੋਰੇजेस ਦੇ ਵਿੱਚ ਪਾ ਕੇ ਉਹ ਕਾਨੂੰਨ ਜਿਹੜੇ ਕਿ ਸਜ਼ਾਵਾਂ ਨੂੰ ਸਖਤ ਬਣਾਉਂਦੇ ਨੇ ਉਹਨਾਂ ਨੂੰ ਸਿੱਟਿਆ ਹੋਇਆ ਹੈ। ਤੇ ਤੁਸੀਂ ਗੱਲਾਂ ਕਰਦੇ ਹੋ ਜੀ ਅਸੀਂ ਫਿਰ ਧਰਨੇ ਮਾਰਦੇ ਤੇ ਕਹਿੰਦੇ ਨੇ ਵੀ ਅਸੀਂ ਕਾਨੂੰਨ ਸਖਤ ਬਣਾਉਣਾ ਹੈ, ਸਜ਼ਾਵਾਂ ਦੇਣੀਆਂ ਨੇ। ਸੋ ਅਨਫੋਰਚੂਨੇਟ ਹੈ ਜੀ। ਲੋਕ ਤਾਂ ਫਿਰ ਇਹੀ ਕਹਿੰਦੇ ਨੇ ਕਿ ਉੱਥੇ ਮੌਕੇ ਤੇ ਇਨਸਾਫ ਕਰ ਲਓ, ਜੋ ਦਰਬਾਰ ਸਾਹਿਬ ਹੋਇਆ, ਸੁਲਤਾਨਪੁਰ ਲੋਧੀ ਹੋਇਆ। ਹਾਲਾਂਕਿ ਉਹਨਾਂ ਦੇ ਕੇਸਾਂ ਦੇ ਵਿੱਚ ਵੀ ਮਿਸਟੇਕਨ ਆਇਡੈਂਟੀਟੀ ਦੇ ਤਹਿਤ ਲੋਕ ਮਾਰੇ ਗਏ। ਸਿੰਘੂ ਦੀ ਘਟਨਾ ਸੀ ਜਿੱਥੇ ਕਿ ਤੁਸੀਂ ਦੇਖੋ ਵੀ ਲੋਕਾਂ ਨੂੰ ਕਾਨੂੰਨ ਆਪਣੇ ਹੱਥ ਵਿੱਚ ਲੈ ਰਹੇ ਨੇ ਤੇ ਕਈ ਵਾਰ ਕੀ ਬਹੁਤ ਵਾਰ ਤਾਂ ਗਲਤ ਕੇਸਾਂ ਦੇ ਵਿੱਚੋਂ ਕਾਨੂੰਨ ਹੱਥ ਵਿੱਚ ਲੈ ਗਏ ਨੇ। ਠੀਕ ਹੈ ਨਾ, ਕੋਈ ਸਿੱਧਰਾ ਬੰਦਾ ਸੀ, ਕਿਸ ਦਾ ਮੈਂਟਲ ਬੈਲੈਂਸ ਵਿਗੜਿਆ ਹੋਇਆ ਸੀ, ਕਿਸੇ ਨੇ ਬੇਅਦਬੀ ਦੀ ਘਟਨਾ ਕੀਤੀ ਨਹੀਂ ਕੀਤੀ, ਉਹਦੇ ਪਿੱਛੇ ਬੜੀ ਗਹਿਰੀਆਂ ਸਾਜ਼ਿਸ਼ਾਂ ਸੀ। ਉਹਨਾਂ ਦੌਰਾਂ ਦੇ ਵਿੱਚ ਬੜੇ ਵੱਡੇ ਡਰੱਗ ਦੇ ਕੇਸ ਚੱਲਦੇ ਪਏ ਸੀ। ਜੇ ਤੁਸੀਂ ਟਾਈਮਲਾਈਨ ਨੂੰ ਕਦੇ ਚੈੱਕ ਕਰੋਗੇ ਤੇ ਤੁਹਾਨੂੰ ਕਲੀਅਰ ਹੋਏਗਾ ਵੀ ਹੋ ਕੀ ਰਿਹਾ ਸੀ ਉਸ ਵਕਤ। ਉਹਨਾਂ ਦੌਰਾਂ ਦੇ ਵਿੱਚ ਕਿਹੜੇ ਮੁਕੱਦਮੇ ਚੱਲਦੇ ਪਏ ਸੀ, ਕਿਹੜੇ ਬੰਦਿਆਂ ਦੀਆਂ ਬੇਲ ਦੀਆਂ ਜ਼ਮਾਨਤਾਂ ਫਸੀਆਂ ਹੋਈਆਂ ਸੀ, ਪੰਜਾਬ ਦੇ ਵਿੱਚ ਮਾਹੌਲ ਕੀ ਸੀ, DGP ਕਿਹੜਾ 2-3 ਹਫ਼ਤੇ ਲਈ ਬਦਲਿਆ ਗਿਆ ਸੀ ਤੇ ਉਹਨੇ ਕਿਹੜੇ ਕੇਸਾਂ ਦੇ ਵਿੱਚ ਮੁਕੱਦਮੇ ਦਰਜ ਕਰਾਏ ਸੀ। ਤੇ ਉਹਨਾਂ ਹੀ ਦਿਨਾਂ ਦੇ ਵਿੱਚ 3 ਜਾਂ 4 ਬੇਅਦਬੀ ਦੀਆਂ ਐਡੀ ਵੱਡੀਆਂ ਘਟਨਾਵਾਂ ਹੁੰਦੀਆਂ ਨੇ ਜਿਨ੍ਹਾਂ ਦੇ ਨਾਲ ਜੇ CBI ਅੱਜ ਇਨਵੈਸਟੀਗੇਸ਼ਨ ਕਰਨ ਤੇ ਆ ਜਾਏ, ਦੇਸ਼ ਦੀ ਕੋਈ ਵੱਡੀ ਪ੍ਰੀਮੀਅਰ ਏਜੰਸੀ ਇਨਵੈਸਟੀਗੇਸ਼ਨ ਕਰਨ ਤੇ ਆ ਜਾਏ ਤੇ ਸਹੀ ਜਾਂਚ ਹੋਏ ਤਾਂ ਤੁਹਾਨੂੰ ਬਹੁਤ ਵੱਡੇ ਲੋਕਾਂ ਤੱਕ ਉਹਨਾਂ ਦੇ ਤਾਰ ਜੁੜਦੇ ਹੋਏ ਮਿਲਣਗੇ। ਲੇਕਿਨ ਉਹ ਸਾਰੀਆਂ ਗੱਲਾਂ ਬਾਤਾਂ ਗੋਲ ਕਰਤੀਆਂ ਗਈਆਂ। ਅੱਜ ਸਿਰਫ ਮੈਂ ਤਾਂ ਅੱਜ ਹੈਰਾਨ ਹੁੰਦਾ ਵੀ ਉਹੀ ਸਿਆਸੀ ਲੀਡਰ ਜਿਹੜੇ ਤੋਂ ਠਿੱਠਾਂ ਕਰਕੇ ਇੱਕ ਦੂਸਰੇ ਉੱਤੇ ਸਿਆਸੀ ਨਿਸ਼ਾਨੇ ਸਾਧਦੇ ਨੇ। ਉਂਝ ਬਿਆਨਾਂ ਦੇ ਵਿੱਚ ਤੁਹਾਨੂੰ ਬੇਅਦਬੀ ਬੜੀ ਚੁਭਦੀ ਹੈ, ਲੇਕਿਨ ਜਦੋਂ ਤੁਹਾਡੇ ਦੀ ਗਹਿਰਾਈ ਦੇ ਵਿੱਚ ਜਾਣ ਦੀ ਗੱਲ ਹੋਵੇ ਤਾਂ ਨੋਬਡੀ ਵਾਂਟਸ ਟੂ ਐਕਚੁਅਲੀ ਗੈਟ ਟੂ ਦ ਬਾਟਮ ਆਫ ਇਟ। ਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਕੀ ਕਰ ਲਿਆ 4.5 ਸਾਲਾਂ ਦੇ ਵਿੱਚ? ਤੁਸੀਂ ਕੀ ਕਰ ਲਿਆ? ਕਿਹੜੇ ਬੰਦੇ ਤੁਹਾਡੇ ਐਡਵੋਕੇਟ ਜਨਰਲ ਨਿਯੁਕਤ ਹੋ ਗਏ, ਉਹਨਾਂ ਨੇ ਕਿੰਨਾ ਕੁ ਇਨਸਾਫ ਕਰ ਲਿਆ? ਕੇਸਾਂ ਨੂੰ ਤੁਸੀਂ ਟਿਕਾ ਨਹੀਂ ਪਾਏ, ਸਿੱਟਾਂ ਨੂੰ ਤੁਸੀਂ ਬਚਾ ਨਹੀਂ ਪਾਏ। ਯੂ ਐਬਸੋਲੂਟਲੀ ਵਰ ਅ ਡਿਜ਼ਾਸਟਰ ਐਂਡ ਈਵਨ ਸੇਮ ਫॉर द ਪ੍ਰੈਜ਼ੈਂਟ ਗਵਰਨਮੈਂਟ। ਇਹਨਾਂ ਨੇ ਸਵਾ ਸਾਲ ਦੇ ਵਿੱਚ ਇਹ ਸਿੰਪਲ ਜੀ ਮੈਂ ਗੱਲ ਤੁਹਾਨੂੰ ਬਾਰ-ਬਾਰ ਕਹਿ ਰਿਹਾ ਕਿ ਜੇ ਤੁਸੀਂ ਸੀਰੀਅਸ ਹੁੰਦੇ, ਇੱਕ ਠੰਡੇ ਬਸਤੇ 'ਚ ਇੱਕ ਬਿੱਲ ਕੱਢ ਕੇ ਤੁਸੀਂ ਉਸ ਨੂੰ ਪਾਸ ਕਰਨਾ ਸੀ। ਤੁਹਾਡੇ ਤੋਂ ਅੱਜ ਤੱਕ ਉਹ ਕਾਨੂੰਨ ਨਹੀਂ ਬਣ ਪਾਇਆ। ਦੇ ਜੀ ਠੀਕ ਹੈ, ਉਹ ਗੱਲ ਸਮਝ ਆਉਂਦੀ ਹੈ ਵੀ ਡਿਜ਼ਾਈਨ ਹੋਵੇ, ਪਰਪਸਫੁਲੀ ਕੀਤਾ ਜਾਵੇ, ਉਹਦੇ ਵਾਸਤੇ ਸਖਤ ਕਾਨੂੰਨ ਹੋਣਾ ਚਾਹੀਦਾ। ਇਹ ਗੱਲ ਬਿਲਕੁਲ ਜਾਇਜ਼ ਹੈ, ਠੀਕ ਹੈ। ਤੇ
ਪਰ ਹਰ ਵਾਰੀ ਜਿਵੇਂ ਦਾ ਹੱਲ ਗੁੱਸੇ 'ਚ ਰਿਐਕਸ਼ਨ ਕਰਨਾ, ਜਿਵੇਂ ਉਹਦੇ ਘਰੇ ਭੰਨ ਤੋੜ ਕੀਤੀ, ਠੀਕ ਹੈ, ਲੋਕਾਂ ਦਾ ਗੁੱਸਾ ਆਏਗਾ, ਠੀਕ ਹੈ, ਬਟ ਇਹ ਥਾਟ ਆ ਜਾਣੀ ਤੇ ਸੈਂਸਲੈਸ ਤਰੀਕੇ ਨਾਲ ਇਹ ਘਟਨਾਵਾਂ ਹੋ ਜਾਣੀਆਂ ਇੱਕ ਰੈਂਡਮ ਬੰਦੇ ਵੱਲੋਂ, ਤਾਂ ਇਸ ਦੇ ਪਿੱਛੇ ਕੀ ਕਾਰਨ ਲੱਗਦਾ ਹੈਗਾ? ਕਈ ਕਾਰਨ ਹੋ ਸਕਦੇ ਨੇ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਦੇਖੋ, ਨਸ਼ਾ ਕਰਕੇ ਵੀ ਕੋਈ ਬੰਦੇ ਤੋਂ ਕੰਮ ਕਰਾਇਆ ਜਾ ਸਕਦਾ ਹੈ, ਕੋਈ ਬੰਦੇ ਦਾ ਮੈਂਟਲ ਬੈਲੈਂਸ ਖਰਾਬ ਵੀ ਹੋ ਸਕਦਾ। ਇੱਕ ਅਕਸਰ ਬਹਾਨਾ ਵੀ ਹੁੰਦਾ, ਲੋਕ ਇਸ ਦੇ ਉੱਤੇ ਇਤਰਾਜ਼ ਵੀ ਕਰਦੇ ਨੇ ਜੀ ਹਰ ਬੰਦਾ ਜਿਹੜਾ ਇੱਦਾਂ ਦੀ ਵਾਰਦਾਤ ਕਰਦਾ ਉਹਦਾ ਮੈਂਟਲ ਬੈਲੈਂਸ ਹੀ ਕਿਉਂ ਵਿਗੜਿਆ ਹੁੰਦਾ ਹੈ। ਲੇਕਿਨ ਇਹੋ ਜਿਹੇ ਲੋਕਾਂ ਨੂੰ ਪਿੱਛੇ ਉਕਸਾਉਂਦਾ ਕੌਣ ਹੈ? ਅਜਿਹੇ ਲੋਕਾਂ ਦੀ ਇਸ ਮਾਨਸਿਕ ਅਵਸਥਾ ਦਾ, ਚਾਹੇ ਉਹ ਇੱਕ ਨਸ਼ੇ ਦੇ ਵਿੱਚ ਬੰਦਾ ਕੰਮ ਕਰ ਰਿਹਾ ਹੈ, ਕਿਸੇ ਵੀ, ਦੇਖੋ ਸੁਰਤ ਦੇ ਵਿੱਚ ਕਿਸੇ ਵੀ ਬੰਦੇ ਲਈ, ਉਹ ਕਿਸੇ ਵੀ ਧਰਮ ਦਾ ਹੈ, ਕਿਸੇ ਵੀ ਫਿਰਕੇ ਦਾ, ਮਜ਼ਹਬ ਦਾ ਹੈ, ਸੁਰਤ ਦੇ ਵਿੱਚ ਇਹ ਕੰਮ ਕਰਨਾ ਕੋਈ ਸੌਖਾ ਕੰਮ ਨਹੀਂ ਹੈ। ਇਟ ਇਜ਼ ਵਰਚੁਅਲੀ ਨੀਅਰ ਟੂ ਇੰਪੋਸੀਬਲ। ਤਾਂ ਤੁਹਾਨੂੰ ਬਹੁਤ ਵਾਰ ਸੋਚਣਾ ਪਏਗਾ। ਤੇ ਆ ਜੋ ਚੀਜ਼ਾਂ ਹੋ ਰਹੀਆਂ ਨੇ, ਖੁੱਲ੍ਹੇਆਮ ਜੋ ਬੰਦਾ ਇਹ ਕਰਦਾ ਪਿਆ ਹੈਗਾ, ਤੇ ਇਹ ਕਰਨ ਲਈ ਹਿੰਮਤ ਦੀ ਗੱਲ ਤਾਂ ਛੱਡੋ, ਤੁਹਾਡੇ 'ਚ ਕੀ, ਤੁਹਾਡੇ ਦਿਮਾਗ 'ਚ ਕੀ ਖੁਰਾਫਾਤ ਚੱਲ ਰਹੀ ਹੈ, ਤੁਹਾਡੀ ਕੀ ਮੋਟੀਵੇਸ਼ਨ ਹੈ, ਤੁਹਾਨੂੰ ਪਿੱਛੇ ਕਿਸੇ ਨੇ ਕੀ ਪੜ੍ਹਾ ਕੇ, ਕੀ ਤੁਹਾਨੂੰ ਤਿਆਰ ਕਰਕੇ ਭੇਜਿਆ ਹੈ, ਇਟ ਨੀਡਸ ਟੂ ਬੀ ਇਨਵੈਸਟੀਗੇਟਡ। ਹੁਣ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਈ ਸੀ, ਉਸ ਦੇ ਵਿੱਚ ਸਿਰਫ ਮੁੱਦਾ ਹੀ ਨਹੀਂ ਸੀ ਕਿ ਉਹਨਾਂ ਨੇ ਬੇਅਦਬੀ ਦੇ ਕੇਸਾਂ ਦੀ ਜਾਂ ਫਿਰ ਕੋਟਕਪੂਰੇ, ਬਹਿਬਲ ਕਲਾਂ ਗੋਲੀ ਕਾਂਡ ਦੀ ਜਿਹੜੀ ਪੜਤਾਲ ਕੀਤੀ ਸੀ, ਬਲਕਿ ਉਸ ਰਿਪੋਰਟ ਦੇ ਵਿੱਚ ਵੱਡਾ ਜਿਹੜਾ ਇਸ਼ੂ ਸੀ, ਉਸ ਰਿਪੋਰਟ ਦੇ ਵਿੱਚ ਚਰਚਾ ਇਹ ਵੀ ਹੋਈ ਸੀ ਕਿ ਉਸ ਰਿਪੋਰਟ ਦੇ ਵਿੱਚ ਚਰਚਾ ਇਹ ਵੀ ਹੋਈ ਸੀ ਕਿ ਤਕਰੀਬਨ 200-250 ਦੀਆਂ ਅਜਿਹੇ ਕਰੀਬ ਸ਼ਾਇਦ ਘਟਨਾਵਾਂ ਸਨ, ਜੇ ਮੈਂ ਨੰਬਰ ਨੂੰ ਥੋੜਾ ਉੱਤੇ ਥੱਲੇ ਨਾ ਕਰਾਂ, ਇਹਨਾਂ ਕੇਸਾਂ ਦੇ ਵਿੱਚ ਬੇਦਬੀਆਂ ਹੋਈਆਂ ਪੰਜਾਬ ਦੇ ਵਿੱਚ, ਛੋਟੇ ਵੱਡੀਆਂ, ਲੇਕਿਨ ਜ਼ਿਆਦਾਤਰ ਅਜਿਹੀਆਂ ਘਟਨਾਵਾਂ ਸਨ ਜਿਨ੍ਹਾਂ ਦਾ ਕੋਈ ਲਿੰਕ ਅਪਰਾਧਿਕ ਕੋਈ ਵੱਡੀ ਸਾਜ਼ਿਸ਼ ਦੇ ਨਾਲ ਨਹੀਂ ਸੀ। ਸਾਜ਼ਿਸ਼ ਦੇ ਨਾਲ 2-3 ਹੀ ਘਟਨਾਵਾਂ ਨੂੰ ਜੋੜਿਆ ਜਾ ਸਕਿਆ, ਜਿਸ ਦੇ ਵਿੱਚ ਬਹਿਬਲ ਕਲਾਂ ਹੋ ਗਿਆ, ਜਾਂ ਜਿਹੜੀ ਘਟਨਾਵਾਂ ਸੀਗੀਆਂ ਖਾਸ ਕਰਕੇ ਬਰਗਾੜੀ ਬੁਰਜਵਾਰ ਸਿੰਘ ਵਾਲਾ ਦੀਆਂ, ਉਹਨਾਂ ਦੀਆਂ, ਬਹਿਬਲ ਕਲਾਂ ਨਹੀਂ, ਬਹਿਬਲ ਕਲਾਂ ਵਾਜ਼ ਅ ਡਿਫਰੈਂਟ ਅਫੇਅਰ ਆਲ ਟੂਗੈਦਰ। ਲੇਕਿਨ ਉਹ ਜਿੰਨੀਆਂ ਵੀ ਘਟਨਾਵਾਂ ਸੀ, ਉਸ ਦੇ ਵਿੱਚ ਰਿਕਮੈਂਡੇਸ਼ਨਸ ਆਈਆਂ, ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਦਿੱਤੀਆਂ, ਉਹਨਾਂ ਨੇ ਦੱਸਿਆ ਤੇ ਉਹਨਾਂ ਨੇ ਇਹਦੇ ਉਪਾਅ ਦੱਸੇ ਵੀ ਇਹਨੂੰ ਕਿਵੇਂ ਠੀਕ ਕਰਨਾ ਹੈ। ਤੁਸੀਂ CCTV ਕੈਮਰਾਜ਼ ਪਲੇਸਮੈਂਟ ਕਰੋ, ਹੋਰ ਵੀ ਲੰਬੀ ਚੌੜੀ ਸੈਟ ਆਫ ਆਬਜ਼ਰਵੇਸ਼ਨ ਸਨ। ਲੇਕਿਨ ਉਹ ਰਿਪੋਰਟ ਨੂੰ ਤਾਂ ਕੂੜੇ ਦੇ ਡੱਬੇ 'ਚ ਅਕਾਲੀ ਦਲ ਨੇ ਸਿੱਟ ਰਹੀ ਸੀ ਉਸ ਵਕਤ ਰਾਜਨੀਤੀ ਹੋ ਰਹੀ ਸੀ ਨਾ, ਵੀ ਇਹ ਰਿਪੋਰਟ ਦੇ ਵਿੱਚ ਹੋਰ ਕੁਝ ਹੈ ਹੀ ਨਹੀਂ। ਉਹਨਾਂ ਨੂੰ ਲੱਗ ਰਿਹਾ ਸੀ ਸਾਡੇ ਤੇ ਨਿਸ਼ਾਨਾ ਹੈ। ਇਹਨਾਂ ਨੂੰ ਇਹ ਵੀ ਨਹੀਂ ਪਤਾ ਸੀ ਉਸ ਰਿਪੋਰਟ ਦੇ ਵਿੱਚ ਸੁਖਬੀਰ ਬਾਦਲ ਦਾ ਵੀ ਕੋਈ ਭੂਮਿਕਾ ਦੇ ਉੱਤੇ ਕੋਈ ਸਵਾਲ ਨਹੀਂ ਚੁੱਕਿਆ ਗਿਆ ਸੀ। ਜਸਟਿਸ ਰਣਜੀਤ ਸਿੰਘ ਨੇ ਸੁਖਬੀਰ ਬਾਦਲ ਨੂੰ ਕੁਝ ਕਿਹਾ ਹੀ ਨਹੀਂ ਉਸ ਰਿਪੋਰਟ ਦੇ ਵਿੱਚ, ਲੇਕਿਨ ਇਹਨਾਂ ਨੂੰ ਪਤਾ ਨਹੀਂ ਸੀ ਕਿ ਇਹ ਤਾਂ ਉਸ ਵਕਤ ਰਿਪੋਰਟਾਂ ਨੂੰ ਉਛਾਲਦੇ ਪਏ ਸੀ ਹਵਾ ਦੇ ਵਿੱਚ। ਲੇਕਿਨ ਉਸ ਦੇ ਵਿੱਚ ਬਹੁਤ ਤਜਵੀਜ਼ਾਂ ਸਨ ਤੇ ਇਹ ਸਾਰੀਆਂ ਸਥਿਤੀਆਂ ਨੂੰ ਐਂਟੀਸਿਪੇਟ ਕਰਦਿਆਂ ਹੋਇਆ ਉਹਨਾਂ ਨੇ ਆਪਣੀ ਕਈ ਰਿਕਮੈਂਡੇਸ਼ਨਸ ਦਿੱਤੀਆਂ। ਖੈਰ, ਉਹ ਰਿਕਮੈਂਡੇਸ਼ਨਸ ਤਾਂ ਹੀ ਕਾਰਗਰ ਹੋਣਗੀਆਂ ਨਾ ਜੇ ਇੱਕ ਲਾਰਜਰ ਡਿਜ਼ਾਈਨ ਦੇ ਪਿੱਛੇ ਇੱਕ ਅਲਟੀਰੀਅਰ ਮੋਟਿਵ ਨਾ ਹੋਵੇ। ਹੁਣ ਅਲਟੀਰੀਅਰ ਮੋਟਿਵ ਜਦੋਂ ਜੁੜ ਜਾਣ, ਜੇ ਇਹਦੇ ਨਾਲ ਵੱਡੀਆਂ ਸ਼ਰਾਰਤਾਂ ਜੁੜ ਜਾਣ, ਵੱਡੀਆਂ ਸਾਜ਼ਿਸ਼ਾਂ ਜੁੜ ਜਾਣ, ਰਾਜਸੀ ਸਾਜ਼ਿਸ਼ਾਂ ਜੁੜ ਜਾਣ, ਸੂਬੇ ਦੇ ਲਾਅ ਐਂਡ ਆਰਡਰ ਨੂੰ ਹਿਲਾ ਕੇ ਰੱਖ ਦੇਣ ਵਾਲਾ ਇੱਕ ਸਿਨਾਰੀਓ, ਇੱਕ ਸਾਜ਼ਿਸ਼ ਬਣ ਜਾਏ, ਫਿਰ ਇਸ ਕਿਸਮ ਦੀਆਂ ਘਟਨਾਵਾਂ ਨੂੰ ਤੁਸੀਂ ਕਿਵੇਂ ਰੋਕ ਸਕਦੇ ਹੋ? ਫਿਰ ਤਾਂ ਇਹ ਘਟਨਾਵਾਂ ਹੋਣਗੀਆਂ ਨਾ। ਤੇ ਉਹਦੇ ਲਈ ਤਾਂ ਦੇਖੋ ਸਖਤੀ ਵੀ ਚਾਹੀਦੀ ਹੈ, ਤੇ ਉਹਦੇ ਲਈ ਸਰਕਾਰ ਵੀ ਐਡੀ ਇੱਕ ਕਮਿਟਡ ਚਾਹੀਦੀ ਹੈ ਜਿਹੜੀ ਕਿ ਇੱਕ ਸਖਤ ਸੁਨੇਹਾ ਦੇ ਸਕੇ। ਲੇਕਿਨ ਓਵਰ ਅ ਪੀਰੀਅਡ ਆਫ ਟਾਈਮ ਇਹ ਚੀਜ਼ ਤਾਂ ਕਲੀਅਰ ਹੀ ਹੋ ਗਈ ਕਿ ਹੁਣ ਬੇਦਬੀ ਦੇ ਜਿਹੜੇ ਮੁਲਜ਼ਮ ਹੈਗੇ ਨੇ ਉਹਨਾਂ ਨੂੰ ਗੋਲੀਆਂ ਮਾਰਨ ਲਈ ਗੈਂਗਸਟਰ ਹੀ ਠੀਕ ਨੇ, ਕਿਉਂਕਿ ਸਰਕਾਰਾਂ ਨੇ, ਅਦਾਲਤਾਂ ਨੇ ਤਾਂ 3 ਸਾਲ ਦੀ ਸਜ਼ਾ ਦੇਣੀ ਹੈ। ਮੋਗੇ ਦੇ ਵਿੱਚ ਹੋਈ ਹੈ ਸਜ਼ਾ, ਇੱਕ ਕੇਸ ਜਿਹੜਾ ਸੀਗਾ ਮੋਗੇ ਦਾ, ਉਹਦੇ ਵਿੱਚ ਬੇਦਬੀ ਦਾ ਕੇਸ ਹੀ ਸੀ, ਉਹਦੇ ਵਿੱਚ 3 ਸਾਲ ਦੀ ਸਜ਼ਾ ਹੋਈ। ਤੁਸੀਂ ਇੰਨੇ ਸਾਲ ਲਾਤੇ, 2016 ਤੋਂ ਅੱਜ 2023 ਤਕਰੀਬਨ 7 ਸਾਲ ਹੋ ਚੁੱਕੇ ਨੇ। 7 ਸਾਲ ਤੋਂ ਤੁਹਾਡੇ ਤੋਂ ਇੱਕ ਕਾਨੂੰਨ ਹੀ ਨਹੀਂ ਰੀਸ਼ੇਪ ਹੋ ਪਾਇਆ। ਤੇ 1947 ਦੇ ਦੌਰ ਤੋਂ ਬਣਿਆ ਹੋਇਆ ਦੀ ਕਿ ਪੂਰੀ ਬੈਕਗਰਾਉਂਡ ਹੈ ਜੋ ਕਦੇ ਆਪਾਂ ਕਦੇ ਹੋਰ ਡਿਟੇਲ ਵਿੱਚ ਕਰਾਂਗੇ, ਕਿਉਂਕਿ ਪਹਿਲਾਂ 1940s ਤੋਂ ਪਹਿਲਾਂ ਇਹ ਸਥਿਤੀ ਆਈ ਨਹੀਂ ਸੀ। 40s ਤੋਂ ਬਾਅਦ ਜਦੋਂ ਕਮਿਊਨਲ ਸਿਚੁਏਸ਼ਨ ਆਈ ਤਾਂ ਕਰਕੇ ਸੈਕਸ਼ਨ 295 ਵਗੈਰਾ ਆਏ, ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੇ ਵੀ, ਜਾਂ ਫਿਰ ਸੈਕਰੀਲੀਜ ਦੇ ਜਿਹੜੇ ਸੈਕਸ਼ਨ ਸੀ ਉਸ ਵਕਤ ਤੋਂ ਇਹ ਲੱਗੇ। ਲੇਕਿਨ ਸਜ਼ਾਵਾਂ ਸਿਰਫ 3-3 ਸਾਲ ਰੱਖੀਆਂ ਗਈਆਂ। ਤੁਸੀਂ ਦੇਖੋ ਇੰਨੇ ਸਾਲ, ਇੰਨੇ ਦਹਾਕੇ ਲੰਘੇ, ਕਦੇ ਇਹ ਨੌਬਤ ਨਹੀਂ ਆਈ, ਇਹ ਘਟਨਾਵਾਂ ਨਹੀਂ ਹੋਈਆਂ। ਲੇਕਿਨ ਆਫ ਲੇਟ ਅੱਜ ਇਸ 21ਵੀਂ ਸ਼ਤਾਬਦੀ ਦੇ ਵਿੱਚ ਇਹ ਘਟਨਾਵਾਂ ਹੋ ਰਹੀਆਂ ਨੇ ਤੇ ਉਹਦਾ ਸ਼ਿਕਾਰ ਬਣ ਰਹੇ ਨੇ, ਤੇ ਲੈ ਦੇ ਕੇ ਕੋਈ ਸਾਜ਼ਿਸ਼ ਹੀ ਹੋ ਰਹੀ ਹੈ। ਮੈਨੂੰ ਲੱਗਦਾ ਕਿ ਇਹਦੇ ਪਿੱਛੇ ਸਿਆਸਤ ਹੈ, ਇਹਦੇ ਪਿੱਛੇ ਸਾਜ਼ਿਸ਼ ਹੈ, ਇਹਦੇ ਪਿੱਛੇ ਮੁਫਾਦ ਹੈਗੇ ਨੇ, ਇਹਦੇ ਪਿੱਛੇ ਰਾਜਸੀ ਸਾਜ਼ਿਸ਼ਾਂ ਹੈਗੀਆਂ ਨੇ। ਇਹ ਇਨਸੂਲੇਟਿਡ ਕੇਸ ਨਹੀਂ, ਇਹ ਟਾਵੇਂ ਟਿੱਕੇ ਕੇਸ ਨਹੀਂ ਹੈ। ਲੇਕਿਨ ਇਹਨਾਂ ਦੀ ਗਹਿਰਾਈ ਦੇ ਵਿੱਚ ਕਦੇ ਕੋਈ ਸਰਕਾਰ ਗਈ ਨਹੀਂ ਹੈ, ਕੋਈ ਤਫਤੀਸ਼ ਏਜੰਸੀ ਨੇ ਆਪਣਾ ਕੰਮ ਸਹੀ ਤਰੀਕੇ ਨਾਲ ਕੀਤਾ ਨਹੀਂ ਹੈ। ਜੇ ਕੀਤਾ ਹੁੰਦਾ, ਤੁਸੀਂ ਵੱਡੀਆਂ ਸਾਜ਼ਿਸ਼ਾਂ ਨੂੰ ਕੱਢਿਆ ਹੁੰਦਾ ਨਾ ਪਿੱਛੇ, ਤਾਂ ਫਿਰ ਤੁਸੀਂ ਗੱਲਬਾਤ ਕੱਢ ਵੀ ਪਾਉਂਦੇ। ਤੇ ਜੇ ਵਾਕਈ ਠੀਕ ਹੈ, ਇੱਕ ਕੋਈ ਸਿੱਧਰੇ ਬੰਦੇ ਨੇ, ਕਿਸੇ ਅਜਿਹੇ ਬੰਦੇ ਨੇ ਨਸ਼ੇ 'ਚ ਆ ਕੇ 4 ਪੈਸੇ ਲੈ ਕੇ ਇਸ ਕਿਸਮ ਦਾ ਕੋਈ ਕਰਮ ਕੀਤਾ ਹੈ, ਤਾਂ ਫਿਰ ਉਹ ਵੀ ਤੁਸੀਂ ਦੁਨੀਆ ਦੇ ਸਾਹਮਣੇ ਲਿਆਓਗੇ, ਆਹ ਦਾ ਕਾਰਨ ਸੀ। ਲੇਕਿਨ ਅਸਲੀ ਚੀਜ਼ਾਂ ਤਾਂ ਕਲੀਅਰ ਹੋ ਨਹੀਂ ਪਾਈਆਂ, ਸੰਸੇ ਦੇ ਸੰਸੇ ਬਣੇ ਰਹੇ, ਪਰਦੇ ਪਏ ਰਹੇ। ਤੇ ਅੱਜ ਫਿਰ ਹੁਣ ਜੋ ਕੁਝ ਵੀ ਹੋ ਰਿਹਾ, ਲੋਕ ਕਹਿੰਦੇ ਵੀ ਆਪਣੇ ਹੱਥਾਂ ਨਾਲ ਹੀ ਫਿਰ ਕਰ ਲਓ ਇਨਸਾਫ, ਸੜਕਾਂ ਦੇ ਉੱਤੇ ਤੋਂ ਕਰ ਹੀ ਰਹੇ ਨੇ, ਤੁਹਾਡੇ ਸਾਹਮਣੇ ਦਿਸ ਰਹੇ। ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਹਿਤੇਸ਼ ਜੀ। ਬਹੁਤ ਬਹੁਤ ਧੰਨਵਾਦ ਜੀ।